ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਵਿਸਰਾਮ ਚਿੰਨ੍ਹ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ। ਹਾਂਜੀ, ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੀ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤਾ, ਜਿਸ ਦੇ ਵਿੱਚੋਂ ਜੇਕਰ ਤੁਸੀਂ 50% ਨੰਬਰ ਲੈਂਦੇ ਹੋ ਫਿਰ ਹੀ ਤੁਸੀਂ ਪੇਪਰ B ਦੇ ਲਈ ਕੁਆਲੀਫਾਈ ਮੰਨੇ ਜਾਓਗੇ। ठीक है, पर पेपर A वाले नंबर पेपर B यानी कि पंजाबी एलिजिबिलिटी टैसट वाले नंबर पेपर B दे विच नहीं जोड़नगे। ये सिर्फ एक मैरिट लिस्ट तैयार करन दे लई ही आ। ठीक है, मैरिट लिस्ट दे विच तुहाडा नाम फिर ही आवेगा जेकर तुसीं पंजाबी दे विचों 50% नंबर लैंदे हो। हुण पंजाबी तुहाडे लई कितनी ज़्यादा इंपॉर्टेंट है तुहानूं भी पता है, सो पंजाबी दा कोई भी टॉपिक तुसीं मिस ना करना। ते मैं तुहानूं तुहाडा सिलेबस दिखा दिन्नी आ। सिलेबस दे विच ਤੁਸੀਂ देख सकते हो सिलेबस मैं ਤੁਹਾਡੇ ਸਾਹਮਣੇ ओपन कर लिया होया है, जिस दे विचों ਅਸੀਂ ਸਾਰੇ ही टॉपिक कवर कर चुके हैं। मोस्टली ਅਸੀਂ हाफ सिलेबस कवर कर लिया। जीवनी ਅਤੇ ਰਚਨਾਵਾਂ ਇਕੱਲੇ ਕੱਲੇ ਗੁਰੂ ਸਾਹਿਬਾਨ ਨਾਲ ਰਿਲੇਟਡ ਮੈਂ ਤੁਹਾਨੂੰ ਕਰਵਾ ਦਿੱਤੀਆਂ ਨੇ। ठीक है, ਵਿਰੋਧਾਰਥਕ ਸ਼ਬਦ ਤੇ ਸਮਾਨਾਰਥਕ ਸ਼ਬਦ ਵੀ ਮੈਂ ਤੁਹਾਨੂੰ ਕੰਪਲੀਟ ਕਰਵਾ ਦਿੱਤੇ ਨੇ। ਮੁਹਾਵਰੇ ਅਤੇ ਅਖਾਣ ਵੀ ਆਪਣਾ ਟੌਪਿਕ ਹੋ ਗਿਆ ਹੈ। ਇਸ ਦੇ ਵਿੱਚੋਂ ਇਕੱਲਾ ਸ਼ਬਦ ਦੇ ਭੇਦ ਟੌਪਿਕ ਆਪਣਾ ਪੈਂਡਿੰਗ ਪਿਆ ਹੈ, ਜਿਹੜਾ ਕਿ ਮੈਂ ਨੋਟਸ ਤਿਆਰ ਕਰ ਰਹੀ ਹਾਂ ਤੁਹਾਨੂੰ ਈਜ਼ੀ ਵੇ ਨਾਲ ਕਰਵਾਉਣ ਲਈ, क्योंकि टॉपिक बहुत इंपॉर्टेंट है। अगे अगेतर पिछेतर अपना हो गया, बचन बदलो और लिंग बदलो भी हो गया। तो अज का जिहड़ा साडा टॉपिक आ विश्राम चिन्ह। ठीक है, विश्राम चिन्ह टॉपिक आ जिहड़ा बहुत इंपॉर्टेंट टॉपिक आ तुहाडे लई, जिहड़ा असीं अज दी इस वीडियो दे विच कवर करन वाले हां। ठीक है जी, तो हुण वीडियो नूं तुसीं भुल के भी ना छड्डिओ, क्योंकि विश्राम चिन्ह जिहड़े पेपर दे विच किसी भी तरह तुहानूं पुछे जा सकदे आ कि कित्थे वरतिया जांदा, जां फिर उन्हां ने कोई भी लाइन लिख देणगे ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵਿਸ਼ਰਾਮ ਚਿੰਨ੍ਹ ਵਰਤੇ ਜਾਣਗੇ, ਕਿਉਂਕਿ ਵਿਸ਼ਰਾਮ ਚਿੰਨ੍ਹ 13 ਹੁੰਦੇ ਆ। ਠੀਕ ਹੈ, ਉਹਦੇ ਵਿੱਚ ਅਲੱਗ-ਅਲੱਗ ਵਿਸ਼ਰਾਮ ਚਿੰਨ੍ਹ ਵਰਤੇ ਜਾਣਗੇ ਤਾਂ ਤੁਹਾਨੂੰ ਪੁੱਛ ਲੈਣਗੇ ਕਿ ਇਹਨਾਂ ਦੇ ਵਿੱਚੋਂ ਵਿਸਮਿਕ ਕਿਹੜਾ ਵਾ। ठीक है, ਜਾਂ फिर वो पूछ लैणगे कि इत्थे लाइन के खत्म होने ते किहड़ा चिन्ह पाया गया है। इस तरह कुछ भी पूछ सकते आ, वो मतलब एक पैरा लिख के भी पूछ सकते आ, जां कोई जिवें मैं तुहानूं हुण करवावांगी इस तरह के भी MCQ आ सकते आ। कोई लाइन लिख के पूछ सकते आ कि इहदे विच किहड़ा चिन्ह वरतिया गया है। जेकर तुहानूं पछाण होवेगी तां फिर तुसीं दस सकदे हो कि किवें किहड़ा वरतिया गया है। तां विद डेफिनेशन एज MCQ मैं तुहानूं कंप्लीट करवाउण वाली हां। टॉपिक तुसीं भुल के भी ना छड्डिओ, क्योंकि अज की ये वीडियो तुहाडे लई बहुत हैल्पफुल होने वाली है। तो ज़्यादा टाइम वेस्ट ना करते हुए असीं अज की ये वीडियो स्टार्ट करते हैं। जेकर तुहानूं वीडियो चंगी लगे तो प्लीज़ वीडियो नूं लाइक और शेयर जरूर कर देना। सब तो पहला आपां गल करते हैं विश्राम चिन्ह हुंदे किहड़े आ। ठीक है, एक तो हुंदी आ डंडी, जिहनूं असीं इस तरह लिख दिंदे आ वाक दे खत्म होण ते, फिर आउंदा कौमा। ठीक है, ये भी विश्राम। उस तो बाद ਆਪਾਂ ਗੱਲ ਕਰੀਏ ਬਿੰਦੀ ਕੌਮਾ ਵੀ ਤੁਸੀਂ ਦੇਖਿਆ, ਇਹਨੂੰ ਬੋਲਦੇ ਆ ਸੈਮੀਕੋਲਨ ਜਿਹਨੂੰ ਆਪਾਂ। ਠੀਕ ਹੈ, ਪ੍ਰਸ਼ਨ ਚਿੰਨ। ਉਸ ਤੋਂ ਬਾਅਦ ਮਿਸਮਿਕ ਚਿੰਨ ਜਿਹੜਾ ਠਹਿਰਾਓ ਪੈਦਾ ਕਰਨ ਦੇ ਲਈ ਬੋਲਿਆ ਜਾਂਦਾ, ਵਰਤਿਆ ਜਾਂਦਾ। ਫਿਰ ਬਿੰਦੀ ਆ ਜਾਂਦੀ ਆ। ਦੋ ਬਿੰਦੀ ਵੀ ਤੁਸੀਂ ਦੇਖੀ ਹੋਣੀ ਹੈ ਜਿਹਨੂੰ ਅਸੀਂ ਕੋਲਨ ਬੋਲ ਦਿੰਦੇ ਹਾਂ। ਡੈਸ਼, ਉਸ ਤੋਂ ਬਾਅਦ ਦੋ ਬਿੰਦੀ ਡੈਸ਼। ਠੀਕ ਹੈ, ਫਿਰ ਪੁੱਠੇ ਕੌਮੇ ਵੀ ਆ ਜਿਹਦੇ ਵਿੱਚ ਅਸੀਂ ਮੇਨ ਕਿਸੇ ਨਾਮ ਨੂੰ ਸਪੈਸੀਫਿਕ ਲਿਖਦੇ ਹਾਂ। ਫਿਰ ਜੋੜਨੀ ਜਿਹਨੂੰ ਅਸੀਂ ਹਾਈਫਨ ਬੋਲ ਦਿੰਦੇ ਹਾਂ, ਇਹ ਵੀ ਇੱਕ ਵਿਸਰਾਮ ਆ। ਠੀਕ ਹੈ, ਫਿਰ ਆਪਾਂ ਬੋਲਦੇ ਹਾਂ ਇੱਕ ਇਕੱਲਾ ਆਪਾਂ ਉੱਪਰ ਕੋਮਾ ਪਾਉਂਦੇ ਹਾਂ, ਉਹਨੂੰ ਬੋਲਦੇ ਹਾਂ ਪੰਜਾਬੀ ਦੇ ਵਿੱਚ ਛੁੱਟ ਮਰੋੜੀ। ਠੀਕ ਹੈ, ਤੇ ਬ੍ਰੈਕਿਟ। ਬ੍ਰੈਕਿਟ ਆ ਜਿਹੜੀਆਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਵਾ। ਬ੍ਰੈਕਿਟ ਦੇ ਵਿੱਚ ਚੌਰਸ ਵੀ, ਗੋਲ ਵੀ, ਕਰਲੀ ਬ੍ਰੈਸਿਸ ਵੀ ਹੋ ਸਕਦੀਆਂ ਵਾ। ਠੀਕ ਹੈ, ਇਸ ਤਰ੍ਹਾਂ ਪੰਜਾਬੀ ਦੇ ਵਿੱਚ ਟੋਟਲ 13 ਵਿਸਰਾਮ ਆ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਹੜਾ ਵਿਸਰਾਮ ਕਿੱਥੇ ਵਰਤਿਆ ਜਾਂਦਾ, ਐਜ਼ MCQ ਡਿਟੇਲ ਦੇ ਵਿੱਚ ਕਰਦੇ ਹਾਂ। ਪੰਜਾਬੀ ਵਿੱਚ ਵਾਕ ਦੇ ਖਤਮ ਹੋਣ ਤੇ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਮੈਂ ਤੁਹਾਡੇ ਸਾਹਮਣੇ ਵਾਕ ਲਿਖ ਦਿੰਦੀ ਹਾਂ। ਵਾਕ ਮੈਂ ਲਿਖਦੀ ਹਾਂ ਕਿ ਮੁੰਡੇ ਖੇਡਦੇ ਹਨ। ਇਹ ਵਾਕ ਲਿਖ ਦਿੰਦੇ ਹਾਂ। ਇਹ ਵਾਕ ਦੇ ਐਂਡ ਤੇ ਦੇਖਦੇ ਹਾਂ ਕਿਹੜਾ ਚਿੰਨ੍ਹ ਆ ਜਿਹੜਾ ਵਰਤਿਆ ਜਾਂਦਾ ਜਾਂ ਕਿਹੜਾ ਵਿਸਰਾਮ ਲੱਗਦਾ। ਮੁੰਡੇ ਖੇਡਦੇ ਹਨ, ਇੱਥੇ ਮੇਰਾ ਵਾਕ ਹੋ ਗਿਆ ਖਤਮ। ਤਾਂ ਦੇਖੋ ਤੁਸੀਂ ਕਿਹੜੀ ਚੀਜ਼ ਦੀ ਵਰਤੋਂ ਕੀਤੀ ਹੈ, ਮੈਂ ਡੰਡੀ ਦੀ। ਜਦੋਂ ਵਾਕ ਖਤਮ ਹੋ ਜਾਂਦਾ ਤਾਂ ਅਸੀਂ ਡੰਡੀ ਲਾਉਂਦੇ ਹਾਂ, ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਫੁੱਲ ਸਟਾਪ ਲਾਉਂਦੇ ਹਾਂ। ਠੀਕ ਹੈ, ਤੇ ਪੰਜਾਬੀ ਦੇ ਵਿੱਚ ਅਸੀਂ ਡੰਡੀ ਲਾਉਂਦੇ ਹਾਂ। ਆਪਸ਼ਨ ਊੜਾ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ, ਕਿਸੇ ਦੇ ਕਹੇ ਸ਼ਬਦਾਂ ਨੂੰ ਜਦੋਂ ਉਸ ਤਰ੍ਹਾਂ ਹੀ ਲਿਖਣਾ ਹੋਵੇ ਤਾਂ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਜਦੋਂ ਕੋਈ ਸਾਨੂੰ
ਜਦੋਂ ਕੋਈ ਸਾਨੂੰ ਕੁਝ ਕਹਿੰਦਾ ਵਾ ਅਸੀਂ ਉਹਨੂੰ ਅੱਗੇ ਦੱਸਦੇ ਹਾਂ, ਠੀਕ ਹੈ, ਤਾਂ ਅਸੀਂ ਉਹਨੂੰ ਅੱਗੇ ਦੱਸਦੇ ਹਾਂ ਤਾਂ ਆਪਾਂ ਕਿਸ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਜਿਵੇਂ ਮੈਂ ਲਿਖ ਕੇ ਦਿਖਾ ਦਿੰਨੀ ਹਾਂ ਤੁਹਾਨੂੰ, ਮੋਹਨ ਨੇ ਕਿਹਾ, ਮੋਹਨ ਨੇ ਕਿਹਾ, ਕੀ ਕਿਹਾ, ਤਾਂ ਉਸ ਦੇ ਲਈ ਮੈਂ ਲਿਖੂੰਗੀ ਮੈਂ ਕੱਲ ਜਲੰਧਰ ਜਾਵਾਂਗਾ। ਮੋਹਨ ਨੇ ਕਿਹਾ ਮੈਂ ਕੱਲ ਜਲੰਧਰ ਜਾਵਾਂਗਾ, ਠੀਕ ਹੈ। ਤਾਂ ਦੇਖੋ ਇੱਥੇ ਕਿਹੜੀ ਚੀਜ਼ ਦੀ ਮੈਂ ਵਰਤੋਂ ਕਰ ਰਹੀ ਹਾਂ ਕਿ ਜਦੋਂ ਕਿਸੇ ਨੇ ਵਾਕ ਕੋਈ ਕਿਹਾ ਤਾਂ ਉੱਥੇ ਆਪਾਂ ਕਿਹੜੀ ਚੀਜ਼ ਵਰਤੋਂ 'ਚ ਲੈ ਕੇ ਆਵਾਂਗੇ। ਹਾਂਜੀ, ਮੋਹਨ ਨੇ ਕਿਹਾ ਮੈਂ ਕੱਲ ਜਲੰਧਰ ਜਾਵਾਂਗਾ। ਤਾਂ ਦੇਖੋ ਇੱਥੇ ਅਸੀਂ ਕੀ ਵਰਤਿਆ ਵਾ, ਇੱਥੇ ਅਸੀਂ ਵਰਤੇ ਆ ਜੀ ਇਨਵਰਟਡ ਕੋਮਾਸ ਜਾਂ ਆਪਾਂ ਕਹਿ ਸਕਦੇ ਹਾਂ ਪੁੱਠੇ ਕੋਮੇ, ਠੀਕ ਹੈ। ਪੰਜਾਬੀ ਦੇ ਵਿੱਚ ਤਾਂ ਪੁੱਠੇ ਕੋਮੇ ਹੀ ਬੋਲਦੇ ਆ। ਜਦੋਂ ਕਿਸੇ ਦੀ ਕਹੀ ਗੱਲ ਨੂੰ ਅਸੀਂ ਐਜ਼ ਇਟ ਇਜ਼ ਹੀ ਲਿਖ ਕੇ ਲਿਖਣਾ ਹੋਵੇ, ਕਿਸੇ ਨੂੰ ਦੱਸਣਾ ਹੋਵੇ, ਤੁਸੀਂ ਨਾਵਲ ਵਗੈਰਾ ਪੜ੍ਹਦੇ ਹੋ, ਠੀਕ ਹੈ, ਇਕਾਂਗੀਆਂ ਆਪਾਂ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਕੀ ਆ ਕਿ ਪੁੱਠੇ ਕੋਮੇ ਹੀ ਲਿਖੇ ਜਾਂਦੇ ਆ ਜਦੋਂ ਕਿਸੇ ਦੀ ਗੱਲ ਆਪਾਂ ਐਜ਼ ਇਟ ਇਜ਼ ਹੀ ਦੱਸਣੀ ਹੋਵੇ ਕਿ ਉਹਨੇ ਇਸ ਤਰ੍ਹਾਂ ਕਿਹਾ ਵਾ, ਠੀਕ ਹੈ। ਜਦੋਂ ਉਹਨੂੰ ਲਿਖਦੇ ਆ ਤਾਂ ਪੁੱਠੇ ਕੋਮਿਆਂ ਦੇ ਵਿੱਚ ਲਿਖਦੇ ਆ ਕਿ ਇਹ ਉਹਦੀ ਬੋਲੀ ਆ। ਤਾਂ ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਸ਼ਬਦਾਂ ਦੇ ਸੰਖੇਪ ਰੂਪ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਸ਼ਬਦਾਂ ਦੇ ਸੰਖੇਪ ਰੂਪ ਦੇ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਸੰਖੇਪ ਰੂਪ ਦਾ ਮਤਲਬ ਕੀ ਆ ਕਿ ਜਿਵੇਂ ਮੰਨ ਕੇ ਚੱਲੋ ਆਪਾਂ ਲਿਖਦੇ ਹਾਂ ਸਰਦਾਰ, ਠੀਕ ਹੈ, ਸਰਦਾਰ ਲਿਖਦੇ ਹਾਂ ਤਾਂ ਆਪਾਂ ਇਕੱਲਾ ਸੱਸਾ ਹੀ ਪਾ ਦਿੰਦੇ ਹਾਂ ਨਾ ਸਰਦਾਰ ਲਿਖਣ ਤੋਂ ਬਾਅਦ, ਉਸ ਤੋਂ ਬਾਅਦ ਪੂਰਾ ਨਾਮ ਪਾ ਦਿੰਦੇ ਹਾਂ। ਫੋਰ ਐਗਜ਼ਾਮਪਲ ਆਪਾਂ BA ਵਗੈਰਾ ਨੂੰ ਜਦੋਂ ਆਪਾਂ ਕੋਈ ਡਿਗਰੀ ਲਿਖਦੇ ਹਾਂ ਜਿਵੇਂ BA, ਠੀਕ ਹੈ, ਤਾਂ ਆਪਾਂ ਡਾਇਰੈਕਟ ਇਹੀ ਪਾ ਦਿੰਦੇ ਹਾਂ। ਤਾਂ ਬਿੰਦੀ ਇਹ ਸ਼ਬਦਾਂ ਦਾ ਸੰਖੇਪ ਰੂਪ ਆ, ਮਤਲਬ ਛੋਟਾ ਰੂਪ ਆ। ਜਿਵੇਂ ਆਪਾਂ ਡਾਕਟਰ ਲਿਖਦੇ ਹਾਂ, ਕੋਈ ਬੰਦਾ ਡਾਕਟਰ ਆ ਤਾਂ ਆਪਾਂ ਕੀ ਕਹਿੰਦੇ ਆ, ਲਿਖਦੇ ਆ ਜਿਵੇਂ ਡਾਕਟਰ ਜਗਰੂਪ ਸਿੰਘ, ਤਾਂ ਆਪਾਂ ਕੀ ਲਿਖਾਂਗੇ ਡੱਡੇ ਕੰਨਾ ਫੁੱਲ, ਫਿਰ ਆਪਾਂ ਬਿੰਦੀ ਲਗਾ ਦਿੰਦੇ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਉਹਦਾ ਪੂਰਾ ਨਾਮ ਲਿਖ ਦਿੰਦੇ, ਪੂਰਾ ਤਾਂ ਨਹੀਂ ਲਿਖਦੇ ਨਾ, ਆਪਾਂ ਸੰਖੇਪ ਵਿੱਚ ਲਿਖ ਦਿੰਦੇ ਆ, ਠੀਕ ਹੈ। ਤਾਂ ਉੱਥੇ ਅਸੀਂ ਕੀ ਵਰਤਦੇ ਆ, ਬਿੰਦੀ ਵਰਤਦੇ ਆ। ਸ਼ਬਦਾਂ ਦੇ ਸੰਖੇਪ ਰੂਪ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਆ, ਬਿੰਦੀ ਦੀ ਵਰਤੋਂ ਕੀਤੀ ਜਾਂਦੀ ਆ। ਅਗਲਾ ਪ੍ਰਸ਼ਨ ਆ, ਜਦੋਂ ਕਿਸੇ ਸ਼ਬਦ ਨੂੰ ਸੰਖੇਪ ਵਿੱਚ ਲਿਖਿਆ ਜਾਵੇ ਤਾਂ ਉੱਥੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਜਦੋਂ ਕਿਸੇ ਸ਼ਬਦ ਨੂੰ ਸੰਖੇਪ ਰੂਪ ਦੇ ਵਿੱਚ ਲਿਖਿਆ ਜਾਂਦਾ, ਜਿਵੇਂ ਮੈਂ ਇੱਥੇ ਸ਼ਬਦ ਲਿਖਦੀ ਹਾਂ ਪਹਿਲਾਂ ਸਰਕਾਰੀ, ਤੁਸੀਂ ਮੋਸਟਲੀ ਦੇਖਿਆ ਹੋਣਾ ਇਹ ਤਾਂ ਲਿਖਿਆ ਸਰਕਾਰੀ ਹਾਈ ਸਕੂਲ, ਠੀਕ ਹੈ, ਜਾਂ ਸੀਨੀਅਰ ਸੈਕੰਡਰੀ ਸਰਕਾਰੀ ਹਾਈ ਸਕੂਲ, ਕੁਛ ਵੀ ਹੋ ਸਕਦਾ। ਸਰਕਾਰੀ ਹਾਈ ਸਕੂਲ ਇੱਥੇ ਸਿਦਮਾ ਵੇਟ ਲਿਖ ਲਓ ਜਾਂ ਕੁਛ ਵੀ ਹੋਰ ਵੀ ਨਾਮ ਹੋ ਸਕਦਾ ਵਾ, ਠੀਕ ਹੈ, ਆਪਦੇ ਪਿੰਡ ਦਾ ਜੋ ਵੀ ਤੁਹਾਡੇ ਨੇੜੇ ਨਾਮ ਪਿੰਡ ਪੈਂਦਾ ਵਾ, ਸਕੂਲ ਜੋ ਵੀ ਪੈਂਦਾ। ਸਰਕਾਰੀ ਹਾਈ ਸਕੂਲ, ਤਾਂ ਇਹਨੂੰ ਮੈਂ ਸੰਖੇਪ ਵਿੱਚ ਲਿਖ ਰਹੀ ਹਾਂ ਸਰਕਾਰੀ ਹਾਈ ਸਕੂਲ, ਅਸੀਂ ਪੂਰਾ ਹੀ ਪਾ ਦਿੰਦੇ ਹਾਂ, ਠੀਕ ਹੈ। ਜਾਂ ਫਿਰ ਸੀਨੀਅਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਠੀਕ ਹੈ, ਸਕੂਲ ਅਸੀਂ ਫਿਰ ਪੂਰਾ ਹੀ ਪਾ ਦਿੰਦੇ ਹਾਂ। ਤਾਂ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਣ ਦੇ ਲਈ ਮੈਂ ਇੱਥੇ ਕਿਹੜੀ ਚੀਜ਼ ਦੀ ਵਰਤੋਂ ਕੀਤੀ ਆ, ਜਦੋਂ ਕਿਸੇ ਸ਼ਬਦ ਨੂੰ ਸੰਖੇਪ ਵਿੱਚ ਲਿਖਦੇ ਹਾਂ ਤਾਂ ਅਸੀਂ ਦੋ ਬਿੰਦੀ ਦੀ ਵਰਤੋਂ ਕਰਦੇ ਹਾਂ। ਆਪਸ਼ਨ ED ਇਸ ਦਾ ਰਾਈਟ ਆਨਸਰ ਹੈ। ਬਿੰਦੀ ਦੀ ਵਰਤੋਂ ਅਸੀਂ ਉੱਥੇ ਕਰਦੇ ਹਾਂ ਜਦੋਂ ਅਸੀਂ ਅੰਕ ਜਾਂ ਡਿਗਰੀਆਂ ਦੇ ਖਿਤਾਬਾਂ ਦੇ ਸੰਖੇਪ ਨਾਮਾਂ ਦੀ ਵਰਤੋਂ ਕਰਨੀ ਹੁੰਦੀ ਹੈ, ਠੀਕ ਹੈ, ਡਿਗਰੀਆਂ ਦੇ ਸੰਖੇਪ ਨਾਮਾਂ ਦੀ ਵਰਤੋਂ ਕਰਨੀ ਹੁੰਦੀ ਆ। ਬਿੰਦੀ ਅਸੀਂ ਉੱਥੇ ਵਰਤਦੇ ਹਾਂ, ਪਰ ਜਦੋਂ ਅਸੀਂ ਕਿਸੇ ਸ਼ਬਦ ਨੂੰ ਹੀ ਸੰਖੇਪ ਕਰ ਲਿਖੀ ਜਾਂਦੇ ਹਾਂ ਤਾਂ ਉੱਥੇ ਅਸੀਂ ਦੋ ਬਿੰਦੀ ਲਾ ਦਿੰਦੇ ਹਾਂ, ਠੀਕ ਹੈ। ਅਗਲਾ ਪ੍ਰਸ਼ਨ, ਉਦਾਹਰਣ ਦੇਣ ਦੇ ਸਮੇਂ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਉਦਾਹਰਣ ਦੇਣ ਦੇ ਸਮੇਂ ਕਿਹੜੀ ਚੀਜ਼ ਦੀ ਵਰਤੋਂ ਕਰਦੇ ਹਾਂ ਅਸੀਂ, ਤੁਸੀਂ ਦੇਖਿਆ ਹੋਣਾ, ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇਵਾਂ, ਆਪਾਂ ਉਦਾਹਰਣ ਦਿੰਨੇ ਆ ਕਿ ਜਿਵੇਂ ਮਹਾਪੁਰਸ਼ ਫਰਮਾਉਂਦੇ ਹਨ, ਮਹਾਪੁਰਸ਼ ਫਰਮਾਉਂਦੇ ਹਨ, ਠੀਕ ਹੈ, ਫਰਮਾਉਂਦੇ ਹਨ। ਤਾਂ ਜਿਵੇਂ ਮਹਾਪੁਰਸ਼ ਫਰਮਾਉਂਦੇ ਹਨ ਇਵੇਂ ਲਿਖੀ ਆ ਐਗਜ਼ਾਮਪਲ, ਠੀਕ ਹੈ। ਤਾਂ ਇਸ ਤੋਂ ਬਾਅਦ ਇਹ ਜਿਹੜੀ ਉਦਾਹਰਣ ਦੇਣ ਦੇ ਸਮੇਂ ਅਸੀਂ ਕਿਸ ਚੀਜ਼ ਦੀ ਵਰਤੋਂ ਕੀਤੀ ਆ, ਦੇਖੋ ਕਿਸ ਚੀਜ਼ ਦੀ ਵਰਤੋਂ ਕੀਤੀ ਆ,
ਦੁਬਿੰਦੀ ਡੈਸ਼ ਦੀ। ਆਪਸ਼ਨ ਈ ਡੀ ਇਸ ਦਾ ਰਾਈਟ ਆਨਸਰ ਆ। ਜਿਹੜੇ ਦੁਬਿੰਦੀ ਡੈਸ਼ ਆ ਇਹ ਚਿੰਨ੍ਹ ਅਜਿਹੇ ਵਾਕ ਦੇ ਅੰਤ ਵਿੱਚ ਵਰਤਿਆ ਜਾਂਦਾ ਵਾ ਜਿਸ ਵਾਕ ਦਾ ਸੰਬੰਧ ਕਿਸੇ ਵਾਰਤਾ ਨਾਲ ਅਸੀਂ ਜੋੜਨਾ ਹੋਵੇ। ਠੀਕ ਹੈ, ਤਾਂ ਅਗਲਾ ਪ੍ਰਸ਼ਨ ਆ, ਅੰਕਾਂ ਨੂੰ ਕਿਸ ਚਿੰਨ੍ਹ ਵਿੱਚ ਲਿਖਿਆ ਜਾਂਦਾ ਹੈ? ਹਾਂਜੀ, ਅੰਕਾਂ ਨੂੰ ਕਿਸ ਚਿੰਨ੍ਹ ਦੇ ਵਿੱਚ ਲਿਖਿਆ ਜਾਂਦਾ ਹੈ? ਅੰਕਾਂ ਨੂੰ ਅਸੀਂ ਕਿਹੜੇ ਚਿੰਨ੍ਹ ਦੇ ਵਿੱਚ ਲਿਖਦੇ ਹਾਂ ਦੱਸੋ? ਅੰਕਾਂ ਨੂੰ ਮੋਸਟਲੀ ਅਸੀਂ ਬ੍ਰੈਕਟ ਦੇ ਵਿੱਚ ਹੀ ਲਿਖਦੇ ਆ ਨਾ। ਅੰਕਾਂ ਨੂੰ ਕਿਹਦੇ ਵਿੱਚ ਲਿਖਦੇ ਆ? ਬ੍ਰੈਕਟ ਦੇ ਵਿੱਚ। ਬ੍ਰੈਕਟ ਬਾਰੇ ਮੈਂ ਤੁਹਾਨੂੰ ਦੱਸ ਦਿੰਨੀ ਆ। ਕਿਸੇ ਸ਼ਬਦ ਦੇ ਭੇਦ ਨੂੰ ਸਪਸ਼ਟ ਕਰਨ ਦੇ ਲਈ ਅਸੀਂ ਬ੍ਰੈਕਟ ਵਰਤਦੇ ਆ। ਜਿਵੇਂ ਸਿੱਖਾਂ ਦਾ ਸਭ ਤੋਂ ਵੱਡਾ ਕਾਲਜ ਅੰਮ੍ਰਿਤਸਰ ਵਿੱਚ ਹੈ, ਪਰ ਉਹ ਕਾਲਜ ਦਾ ਜਿਹੜਾ ਨਾਮ ਆ ਮੈਂ ਕਿਵੇਂ ਲਿਖੂੰਗੀ? ਠੀਕ ਹੈ, ਕਿਵੇਂ ਲਿਖੂੰਗੀ? ਜਾਂ ਮਹਾਵਿਦਿਆਲਿਆ ਲਿਖ ਦੂੰਗੀ ਕਿ ਉਹਦਾ ਨਾਮ ਮਹਾਵਿਦਿਆਲਿਆ ਵਾ। ਠੀਕ ਹੈ, ਤਾਂ ਸਿੱਖਾਂ ਦਾ ਸਭ ਤੋਂ ਵੱਡਾ ਕਾਲਜ, ਉਸ ਤੋਂ ਬਾਅਦ ਮੈਂ ਬ੍ਰੈਕਟ 'ਚ ਲਿਖੂੰਗੀ ਮਹਾਵਿਦਿਆਲਿਆ ਅੰਮ੍ਰਿਤਸਰ। ਇੱਥੇ ਅਸੀਂ ਬ੍ਰੈਕਟ ਹੀ ਵਰਤਦੇ ਆ ਨਾ, ਵਿੱਚ ਹੈ। ਤਾਂ ਕੀ ਹੋਇਆ? ਕਿਸੇ ਸ਼ਬਦ ਦੇ ਭੇਦ ਨੂੰ ਸਪਸ਼ਟ ਕਰਨ ਲਈ ਅਸੀਂ ਬ੍ਰੈਕਟ ਵਰਤਦੇ ਆ। ਜਿਵੇਂ ਮੈਂ ਕਾਲਜ ਦਾ ਨਾਮ ਆ ਜਿਹੜਾ ਉਹ ਬ੍ਰੈਕਟ 'ਚ ਲਿਖ ਦਿੱਤਾ। ਠੀਕ ਹੈ, ਇਹ ਹੈ ਬ੍ਰੈਕਟ। ਤੇ ਅੰਕਾਂ ਨੂੰ ਕਿਸ ਚਿੰਨ੍ਹ ਰਾਹੀਂ ਵਿੱਚ ਅਸੀਂ ਲਿਖਦੇ ਆ? ਜਦੋਂ ਅਸੀਂ ਅੰਕ ਵਰਤਦੇ ਆ ਪੰਜਾਬੀ ਦੇ ਵਿੱਚ ਲਿਖਣ ਦੇ ਲਈ ਤਾਂ ਅਸੀਂ ਕਿਹੜੇ ਚਿੰਨ੍ਹ ਦੀ ਵਰਤੋਂ ਕਰਦੇ ਆ? ਬ੍ਰੈਕਟ ਦੀ ਹੀ ਕਰਦੇ ਆ। ਆਪਸ਼ਨ ਸੱਸਾ ਇੱਥੇ ਰਾਈਟ ਆਨਸਰ ਹੈ। ਠੀਕ ਹੈ ਜੀ, ਵੈਸੇ ਤਾਂ ਅਸੀਂ ਅੰਕਾਂ ਦੇ ਲਈ ਬਿੰਦੀ ਦੀ ਵਰਤੋਂ ਵੀ ਕਰ ਲੈਂਦੇ ਆ। ਠੀਕ ਹੈ, ਬਿੰਦੀ ਨੂੰ ਵੀ ਅਸੀਂ ਅੰਕਾਂ ਜਾਂ ਡਿਗਰੀਆਂ ਨੂੰ ਜਦੋਂ ਲਿਖਣਾ ਹੁੰਦਾ ਵਾ ਇਸ ਤਰ੍ਹਾਂ। ਠੀਕ ਹੈ, ਇਹ ਵਰਤੋਂ ਅਸੀਂ ਇਹ ਵੀ ਕਰ ਲੈਂਦੇ ਆ, ਪਰ ਮੋਸਟਲੀ ਆਪਾਂ ਕੀ ਕਰਦੇ ਆ? ਬ੍ਰੈਕਟ ਯੂਜ਼ ਕਰਦੇ ਆ ਪੰਜਾਬੀ ਦੇ ਵਿੱਚ ਜਦੋਂ ਕਿਸੇ ਅੰਕ ਦੀ ਗੱਲ ਹੋ ਜਾਂਦੀ ਆ। ਅਗਲਾ ਪ੍ਰਸ਼ਨ, ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਇਹ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ, ਇਹ ਤੁਹਾਨੂੰ ਆਪਣੇ ਆਪ ਹੀ ਪਤਾ ਵਾ ਕਿ ਜਿਸ ਵਾਕ ਦੇ ਵਿੱਚ ਅਸੀਂ ਕੋਈ ਨਾ ਕੋਈ ਪ੍ਰਸ਼ਨ ਪੁੱਛ ਲੈਂਦੇ ਆ ਉੱਥੇ ਕਿਹੜੇ ਵਾਕ ਦੀ ਵਰਤੋਂ ਕਰਦੇ ਆ? ਪ੍ਰਸ਼ਨ ਚਿੰਨ੍ਹ ਦੀ। ਆਪਸ਼ਨ ਈ ਡੀ ਇੱਥੇ ਰਾਈਟ ਆਨਸਰ ਹੈ, ਪ੍ਰਸ਼ਨ ਚਿੰਨ੍ਹ। ਜਿਵੇਂ ਕੀ ਇਹ ਪੁਸਤਕ ਤੁਹਾਡੀ ਹੈ ਜਾਂ ਤੂੰ ਕਿਉਂ ਰੋ ਰਿਹਾ ਹੈ? ਤਾਂ ਮੈਂ ਉਸ ਪ੍ਰਸ਼ਨ ਪੁੱਛ ਰਹੀ ਹਾਂ ਨਾ, ਤਾਂ ਮੈਂ ਮਗਰ ਕੀ ਪਾਉਂਗੀ? ਪ੍ਰਸ਼ਨ ਚਿੰਨ੍ਹ ਹੀ ਲਗਾਉਂਗੀ ਨਾ। ਅਗਲਾ ਪ੍ਰਸ਼ਨ, ਹੈਰਾਨੀ, ਖੁਸ਼ੀ, ਸਤਿਕਾਰ ਆਦਿ ਨੂੰ ਪ੍ਰਗਟ ਕਰਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਹਾਂਜੀ, ਹੈਰਾਨੀ, ਖੁਸ਼ੀ, ਸਤਿਕਾਰ ਆਦਿ ਨੂੰ ਪ੍ਰਗਟ ਕਰਨ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਹਾਂਜੀ, ਹੈਰਾਨੀ, ਖੁਸ਼ੀ ਹੋਵੇ, ਸਤਿਕਾਰ ਹੋਵੇ। ਹੈਰਾਨੀ ਮਤਲਬ ਜਿਵੇਂ ਆਪਾਂ ਬੋਲਦੇ ਹਾਏ। ਠੀਕ ਹੈ, ਖੁਸ਼ੀ ਜਿਵੇਂ ਖੁਸ਼ਖਬਰੀ, ਉਸ ਤੋਂ ਬਾਅਦ ਅਸੀਂ ਠਹਿਰਾਓ ਪੈਦਾ ਕਰਦੇ ਹਾਂ। ਫਿਰ ਸਤਿਕਾਰ, ਠੀਕ ਹੈ, ਸਤਿਕਾਰ ਜਾਂ ਕੁਝ ਹੋਰ ਵੀ ਆ ਸਕਦਾ ਵਾ। ਜਿਵੇਂ ਦੇਖੋ ਆਪਾਂ ਲਿਖੀਏ ਹਾਏ, ਇਸ ਤੋਂ ਬਾਅਦ ਠਹਿਰਾਓ ਪੈਦਾ ਹੋ ਗਿਆ। ਜਾਂ ਆਪਾਂ ਲਿਖੀਏ ਉਹ ਕਿੰਨੀ ਸੋਹਣੀ ਹੈ। ਠੀਕ ਹੈ, ਹਾਏ, ਤਾਂ ਇਹ ਪਾਤਾ ਆਪਾਂ, ਹਾਏ ਪਾ ਕੇ ਆਪਾਂ ਥੋੜਾ ਠਹਿਰਾਓ ਪੈਦਾ ਕੀਤਾ, ਉਸ ਤੋਂ ਬਾਅਦ ਆਪਦੀ ਗੱਲ ਕਹੀ। ਉੱਥੇ ਜਿੱਥੇ ਠਹਿਰਾਓ ਪੈਦਾ ਹੋਵੇ ਨਾ ਉੱਥੇ ਅਸੀਂ ਬਿਸਮਿਕ ਵਰਤਦੇ ਹਾਂ। ਤਾਂ ਉਸ ਤੋਂ ਬਾਅਦ ਮੈਂ ਕਿੱਥੇ ਜਾਵਾਂ? ਠੀਕ ਹੈ, ਜਾਂ ਫਿਰ ਤੂੰ ਕਿੱਥੇ ਹੈ? ਤਾਂ ਇੱਥੇ ਵੀ ਥੋੜਾ ਠਹਿਰਾਓ ਪਾ ਕੇ ਆਪਾਂ ਅਗਲੀ ਲਾਈਨ ਬੋਲਾਂਗੇ। ਜਾਂ ਆਪਾਂ ਬੋਲਦੇ ਹਾਂ ਖੁਸ਼ਖਬਰੀ। ਠੀਕ ਹੈ, ਤਾਂ ਉਦੋਂ ਬਾਅਦ ਅਸੀਂ ਕੀ ਪਾਉਂਦੇ ਹਾਂ? ਠਹਿਰਾਓ ਪਾਉਂਦੇ ਹਾਂ, ਫਿਰ ਅਗਲੀ ਗੱਲ ਦੱਸਦੇ ਹਾਂ ਵੀ ਤੂੰ ਫਸਟ ਆਇਆ। ਜਾਂ ਆਪਾਂ ਕਹਿੰਦੇ ਹਾਂ ਬੱਲੇ ਤੇਰੇ, ਤੂੰ ਤਾਂ ਕਮਾਲ ਹੀ ਕਰਤੀ। ਤਾਂ ਬੱਲੇ ਤੇਰੇ ਤੋਂ ਬਾਅਦ ਵੀ ਆਪਾਂ ਠਹਿਰਾਓ ਪਾਵਾਂਗੇ। ਆਪਸ਼ਨ ਆੜਾ ਇੱਥੇ ਰਾਈਟ ਆਨਸਰ ਹੈ ਕਿ ਬਿਸਮਿਕ ਵਰਤਿਆ ਜਾਂਦਾ। ਠੀਕ ਹੈ, ਅਗਲਾ ਪ੍ਰਸ਼ਨ, ਵਾਕ ਨੂੰ ਪੜ੍ਹਨ ਵੇਲੇ ਕਈ ਥਾਂ ਰੁਕਣਾ ਪੈਂਦਾ ਹੈ। ਹਾਂਜੀ, ਅਜਿਹੇ ਸਥਾਨ ਤੇ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਜਦੋਂ ਵਾਕ ਨੂੰ ਪੜ੍ਹਦੇ ਸਮੇਂ ਅਸੀਂ ਥੋੜਾ ਟਾਈਮ ਰੁਕ ਜਾਈਏ ਤਾਂ ਉੱਥੇ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਇਹ ਵੀ ਅਸਲ ਦੇ ਵਿੱਚ ਠਹਿਰਾਓ ਲਈ ਹੀ ਹੁੰਦਾ ਵਾ। ਵੈਸੇ ਅੰਕਾਂ ਦੇ ਵਿੱਚ ਲਈ ਵੀ ਵਰਤਿਆ ਜਾਂਦਾ ਵਾ ਕੌਮਾ, ਜਦੋਂ ਅਸੀਂ ਅੰਕ ਲਿਖਦੇ ਹਾਂ, ਜਿਵੇਂ 21, 375, 976। ਠੀਕ ਹੈ, ਜਾਂ ਫਿਰ ਜਦੋਂ ਆਪਾਂ ਕਿਸੇ ਵਾਕ ਨੂੰ ਪੜ੍ਹਨ ਵੇਲੇ ਰੁਕ ਜਾਂਦੇ ਹਾਂ, ਜਿਵੇਂ ਉੱਥੇ ਪੀਲੇ, ਚਿੱਟੇ ਅਤੇ ਨੀਲੇ ਰੰਗ ਦੇ ਮਣਕੇ ਵਿਕਦੇ ਹਨ। ਤਾਂ ਮੈਂ ਥੋੜਾ ਬੋਲ ਰਹੀ ਹਾਂ ਨਾ, ਮਤਲਬ ਕਿ ਉੱਥੇ ਫਿਰ ਕੌਮਾ ਪਾ ਕੇ ਚਿੱਟੇ, ਫਿਰ ਰੁਕ ਜੂੰਗੀ, ਫਿਰ ਪੀਲੇ। ਇਹਨਾਂ ਨੂੰ ਅਸੀਂ ਇੱਦਾਂ ਤਾਂ ਨਹੀਂ ਬੋਲਦੇ ਉੱਥੇ ਚਿੱਟੇ ਪੀਲੇ ਕਾਲੇ, ਹੈ ਨਾ? ਤਾਂ ਉਹ ਮਤਲਬ ਕਿ ਗੱਲ ਅਲੱਗ ਬਣ ਜਾਂਦੀ ਹੈ। ਜਦੋਂ ਅਸੀਂ ਪੂਰੀ ਪਿਓਰ ਪੰਜਾਬੀ ਬੋਲਦੇ ਹਾਂ ਤਾਂ ਆਪਾਂ ਲਿਖਦੇ ਹਾਂ ਉੱਥੇ ਚਿੱਟੇ, ਪੀਲੇ ਅਤੇ ਨੀਲੇ ਰੰਗ ਦੇ ਮਣਕੇ ਮਿਲਦੇ ਹਨ। ਠੀਕ ਹੈ, ਮਣਕੇ ਮਿਲਦੇ ਹਨ।
ਤਾਂ ਇਹ ਸੀਗਾ ਮਤਲਬ ਕੌਮਾ। ਆਪਸ਼ਨ ਆੜਾ ਇਸ ਦਾ ਰਾਈਟ ਆਨਸਰ ਹੈ। ਅਗਲਾ, ਜਦੋਂ ਵਾਕ ਵਿੱਚ ਕੌਮੇ ਨਾਲੋਂ ਵੱਧ ਠਹਿਰਾਓ ਹੋਵੇ। ਹਾਂਜੀ, ਜਦੋਂ ਵਾਕ ਦੇ ਵਿੱਚ ਕੌਮੇ ਨਾਲੋਂ ਵੱਧ ਠਹਿਰਾਓ ਹੋਵੇ ਤਾਂ ਉੱਥੇ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਆ। ਜਦੋਂ ਵਾਕ ਦੇ ਵਿੱਚ ਕੌਮੇ ਨਾਲੋਂ ਵੱਧ ਠਹਿਰਾਓ ਹੋਵੇ ਤਾਂ ਉੱਥੇ ਅਸੀਂ ਬਿੰਦੀ ਤੇ ਕੌਮੇ ਦੀ ਵਰਤੋਂ ਕਰਦੇ ਹਾਂ। ਠੀਕ ਹੈ, ਬਿੰਦੀ ਕੌਮਾ ਕਿਹਦੀ ਵਰਤੋਂ ਕਰਦੇ ਹਾਂ? ਬਿੰਦੀ ਕੌਮਾ ਦੀ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ, ਬਿੰਦੀ ਵਾਲਾ ਕੌਮਾ ਜਾਣੀ ਕਿ ਸੈਮੀਕੋਲਨ। ਠੀਕ ਹੈ, ਇਸ ਤਰ੍ਹਾਂ ਹੁੰਦਾ ਜਿਹੜਾ, ਜਿਵੇਂ ਮੈਂ ਕਹਾਂ ਇਹ ਦਵਾਈ ਅਣਗਿਣਤ ਰੋਗਾਂ ਨੂੰ ਦੂਰ ਕਰਦੀ ਹੈ। ਠੀਕ ਹੈ, ਉਸ ਤੋਂ ਬਾਅਦ ਮੈਂ ਆਹ ਪਾਉਂਗੀ ਬਿੰਦੀ ਤੇ ਕੌਮਾ ਸੈਮੀਕੋਲਨ ਪਾਉਂਗੀ, ਫਿਰ ਮੈਂ ਰੋਗ ਦੱਸੂਗੀ ਕਿ ਬੁਖਾਰ ਨੂੰ ਹਟਾਉਂਦੀ ਹੈ, ਹਾਜ਼ਮੇ ਨੂੰ ਵਧਾਉਂਦੀ ਹੈ, ਮੈਦੇ ਦੀਆਂ ਸਭ ਬਿਮਾਰੀਆਂ ਦਾ ਸਤਿਆਨਾਸ਼ ਕਰਦੀ ਹੈ। ਠੀਕ ਹੈ, ਇਸ ਤਰ੍ਹਾਂ ਤਾਂ ਇੱਥੇ ਬਿੰਦੀ ਕੌਮਾ ਵਰਤਿਆ ਜਾਵੇਗਾ। ਅਗਲਾ ਪ੍ਰਸ਼ਨ, ਜਦੋਂ ਕੋਈ ਅੱਖਰ ਲਿਖਦੇ ਸਮੇਂ ਸਤਰ ਦੇ ਅਖੀਰ ਵਿੱਚ, ਸਤਰ ਮਤਲਬ ਲਾਈਨ, ਜਦੋਂ ਕੋਈ ਅੱਖਰ ਲਿਖਦੇ ਸਮੇਂ ਲਾਈਨ ਦੇ ਅਖੀਰ ਵਿੱਚ ਸ਼ਬਦ ਪੂਰਾ ਨਾ ਆਉਂਦਾ ਹੋਵੇ ਤਾਂ ਤੋੜ ਕੇ ਦੂਜੀ ਲਾਈਨ ਦੇ ਵਿੱਚ ਲਿਖਿਆ ਜਾਂਦਾ ਵਾ, ਤਾਂ ਉੱਥੇ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਜਿਵੇਂ ਦੇਖੋ ਮੰਨ ਲਓ ਮੈਂ ਕੋਈ ਲਾਈਨ ਇੱਥੇ ਲਿਖ ਰਹੀ ਹਾਂ, ਮੈਂ ਪੂਰੀ ਲਿਖਤੀ, ਉਸ ਤੋਂ ਬਾਅਦ ਮੈਂ ਲਿਖਣਾ ਵਿਚਕਾਰ। ਠੀਕ ਹੈ, ਵਿਚਕਾਰ, ਤਾਂ ਉੱਥੇ ਆਪਾਂ ਹੀ ਪਾਉਂਦੇ ਹਾਂ ਨਾ, ਹਾਈਫਨ ਪਾ ਦਿੰਦੇ ਹਾਂ, ਤੁਸੀਂ ਦੇਖਿਆ ਹੋਣਾ, ਜਿਹਨੂੰ ਅਸੀਂ ਜੋੜਨੀ ਬੋਲਦੇ ਹਾਂ। ਠੀਕ ਹੈ, ਤਾਂ ਉੱਥੇ ਆਪਾਂ ਇਦਾਂ ਹੀ ਪਾਉਂਦੇ ਹਾਂ ਨਾ, ਜਦੋਂ ਆਪਾਂ ਲਾਈਨ ਕੋਈ ਪੂਰੀ ਲਿਖ ਰਹੇ ਹਾਂ ਪਰ ਲਾਸਟ ਵਾਲਾ ਜਿਹੜਾ ਅੱਖਰ ਆ ਉਹ ਪੂਰਾ ਨਹੀਂ ਆ ਰਿਹਾ, ਤਾਂ ਉੱਥੇ ਆਪਾਂ ਹਾਈਫਨ ਪਾ ਕੇ ਪਾ ਦਿੰਦੇ ਹਾਂ ਵਿਚਕਾਰ। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਉੱਥੇ ਕਿਹੜਾ ਚਿੰਨ੍ਹ ਵਰਤਿਆ ਜਾਂਦਾ? ਜੋੜਨੀ। ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ। ਜੋੜਨੀ ਨੂੰ ਆਪਾਂ ਕਿੱਥੇ ਵਰਤਦੇ ਹਾਂ? ਜਿੱਥੇ ਲਾਈਨ ਆ ਜਿਹੜੀ ਜਾਂ ਇਸ ਤਰ੍ਹਾਂ ਨਾਲ ਮਤਲਬ ਜਿੱਥੇ ਅਸੀਂ ਸ਼ਬਦ ਨੂੰ ਤੋੜ ਕੇ ਦਿਖਾ ਦਿੰਦੇ ਹਾਂ। ਬਾਈ ਚਾਂਸ ਆਪਾਂ ਕਹਿ ਦੀ ਲਿਖੀਏ ਲਾਪਤਾ, ਤਾਂ ਇੱਥੇ ਵੀ ਤਾਂ ਜੋੜਨੀ ਪਾਈ ਜਾਂਦੀ ਹੈ। ਫਿਰ ਨਿਰਦੋਸ਼, ਜਦੋਂ ਦੋ ਸ਼ਬਦਾਂ ਤੋਂ ਬਣਦਾ ਵਾ, ਇੱਥੇ ਵੀ ਜੋੜਨੀ ਪਾ ਦਿੰਦੇ ਹਾਂ। ਜਿਵੇਂ ਮਤਲਬ ਕਿ ਸ਼ਬਦਾਂ ਦੇ ਵੱਖ-ਵੱਖ ਟੋਟੇ ਦਿਖਾਏ ਜਾਂਦੇ ਆ, ਇਹ ਵੀ ਬੋਲ ਸਕਦੇ ਹਾਂ। ਆਪਸ਼ਨ ਸੱਸਾ ਰਾਈਟ ਆਨਸਰ ਆ। ਅਗਲਾ ਪ੍ਰਸ਼ਨ, ਜਿਹੜਾ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਪ੍ਰਯੋਗ ਕੀਤਾ ਜਾਂਦਾ ਹੈ। ਹਾਂਜੀ, ਜਿਹੜਾ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਪ੍ਰਯੋਗ ਕੀਤਾ ਜਾਂਦਾ ਉਹਨੂੰ ਅਸੀਂ ਬੋਲਦੇ ਹਾਂ ਛੁੱਟ ਮਰੋੜੀ। ਠੀਕ ਹੈ, ਕੀ ਬੋਲਦੇ ਹਾਂ? ਛੁੱਟ ਮਰੋੜੀ। ਇਸ ਨੂੰ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ, ਜਿਵੇਂ ਚ। ਠੀਕ ਹੈ, ਆਪਾਂ ਇਹੀ ਬੋਲਦੇ ਨਾ ਚ, ਫਿਰ ਉਸ ਤੋਂ ਬਾਅਦ ਬੋਲਦੇ ਹਾਂ ਤੂੰ। ਤਾਂ ਇਸ ਤਰ੍ਹਾਂ ਜਿਵੇਂ ਆਪਾਂ ਚ ਪਾਉਣਾ ਹੋਵੇ ਤਾਂ ਉੱਥੇ ਵੀ ਆਪਾਂ ਇਹਦੀ ਵੀ ਵਰਤੋਂ ਕਰਦੇ ਹਾਂ ਨਾ। ਤਾਂ ਛੁੱਟ ਮਰੋੜੀ ਕਿਹੜਾ ਹੁੰਦਾ ਵਾ? ਜਿਹੜਾ ਕੌਮਾ ਹੁੰਦਾ ਉੱਪਰ ਪਾਇਆ ਜਾਂਦਾ। ਜਿਵੇਂ ਮੈਂ ਲਿਖਾਂ ਉਹਦੇ ਵਿੱਚ ਪਿਆ ਵਾ, ਤਾਂ ਆਪਾਂ ਇਕੱਲਾ ਚ ਹੀ ਪਾ ਦਿੰਦੇ ਹਾਂ, ਫਿਰ ਤੋਂ। ਠੀਕ ਹੈ, ਇਹਦੇ ਤੋਂ ਪਹਿਲਾਂ ਵੀ ਆਪਾਂ ਲਗਾ ਦਿੰਦੇ ਹਾਂ, ਤਾਂ ਇਹ ਵਰਤਿਆ ਜਾਂਦਾ। ਅਗਲਾ ਪ੍ਰਸ਼ਨ, ਵਿਸਮਿਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਵੈਰੀ ਇੰਪੋਰਟੈਂਟ, ਵਿਸਮਿਕ 4 ਤਰ੍ਹਾਂ ਦੇ ਹੁੰਦੇ ਆ। ਆਪਸ਼ਨ ਸੱਸਾ ਇਸ ਦਾ ਰਾਈਟ ਆਨਸਰ ਹੈ, 4। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।